ਇਤਿਹਾਸ ਦੇ ਸਭ ਤੋਂ ਹਨੇਰੇ ਪਰ ਨਾਲ ਹੀ ਸਭ ਤੋਂ ਸ਼ਾਨਦਾਰ ਪੰਨਿਆਂ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਖਾਸ ਪੇਸ਼ਕਾਰੀ ਵਿੱਚ ਆਪਾਂ 18ਵੀਂ ਸਦੀ ਦੇ ਪੰਜਾਬ ਦੇ ਉਸ ਦੌਰ ਵੱਲ ਛਾਤ ਮਾਰਾਂਗੇ ਜਿੱਥੇ ਜ਼ੁਲਮ ਅਤੇ ਬਹਾਦਰੀ ਦੀ ਬਿਲਕੁਲ ਬੇਮਿਸਾਲ ਟੱਕਰ ਹੋਈ ਸੀ। ਆਪਾਂ ਬੜੀ ਗਹਿਰਾਈ ਨਾਲ ਦੇਖਾਂਗੇ ਕਿ ਕਿਵੇਂ ਖਾਲਸਾ ਇੱਕ ਬਹੁਤ ਹੀ ਭਿਆਨਕ ਅਗਨੀ ਪ੍ਰੀਖਿਆ ਵਿੱਚੋਂ ਲੰਘਿਆ ਅਤੇ ਕਿਵੇਂ ਇਸ ਸਭ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਸ਼ੁਰੂਆਤ ਵਿੱਚ ਹੀ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਆਉਂਦਾ ਹੈ। ਜ਼ਰਾ ਸੋਚੋ, ਕਿਸੇ ਪੂਰੀ ਕੌਮ ਨੂੰ ਜੜੋਂ ਖਤਮ ਕਰਨ ਲਈ ਜਾਂ ਉਹਨਾਂ ਦੀ ਰੂਹ ਨੂੰ ਤੋੜਨ ਲਈ ਆਖਿਰ ਕੀ ਕਰਨਾ ਪੈਂਦਾ ਹੈ? ਜਦੋਂ ਪੂਰਨ ਵਿਨਾਸ਼ ਬਿਲਕੁਲ ਸਾਹਮਣੇ ਖੜਾ ਹੋਵੇ ਤਾਂ ਉਸ ਤੋਂ ਬਚਣ ਲਈ ਇਨਸਾਨੀ ਇੱਛਾ ਸ਼ਕਤੀ ਕਿਸ ਪੱਧਰ ਦੀ ਹੋਣੀ ਚਾਹੀਦੀ ਹੈ? ਦਰਅਸਲ ਇਹ ਉਹ ਸਵਾਲ ਹੈ ਜੋ ਅੱਜ ਦੇ ਸਾਡੇ ਇਸ ਪੂਰੇ ਵਿਸ਼ਲੇਸ਼ਣ ਦਾ ਮੁੱਖ ਆਧਾਰ ਰਹੇਗਾ। ਅੱਛਾ, ਤਾਂ ਆਓ ਹੁਣ ਇਸ ਇਤਿਹਾਸ ਨੂੰ ਥੋੜਾ ਪਿੱਛੋਂ ਸਮਝੀਏ। ਹਿੰਦੁਸਤਾਨ ਨੂੰ ਲੁੱਟਣਾ ਹਮਲਾਵਰਾਂ ਦੀ ਇੱਕ ਇਤਿਹਾਸਿਕ ਆਦਤ ਜਿਹੀ ਬਣ ਚੁੱਕੀ ਸੀ। ਖੈਬਰ ਦਰੇ ਰਾਹੀਂ 326 ਈਸਾ ਪੂਰਵ ਵਿੱਚ ਸਿਕੰਦਰ ਆਇਆ, ਫਿਰ 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ, 16ਵੀਂ ਸਦੀ ਵਿੱਚ ਬਾਬਰ ਅਤੇ ਫਿਰ 18ਵੀਂ ਸਦੀ ਵਿੱਚ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ। ਮਤਲਬ ਸਦੀਆਂ ਤੋਂ ਇਹ ਲੁੱਟ-ਖਸੁੱਟ ਐਵੇਂ ਚੱਲ ਰਹੀ ਸੀ ਜਦੋਂ ਤੱਕ ਕਿ ਖਾਲਸਾ ਇਸ ਤਬਾਹੀ ਦਾ ਰਾਹ ਰੋਕਣ ਲਈ ਮੈਦਾਨ ਵਿੱਚ ਡਟ ਕੇ ਖੜਾ ਨਹੀਂ ਹੋ ਗਿਆ। ਹੁਣ ਜ਼ਰਾ ਇਸ ਬਹੁਤ ਵੱਡੇ ਅੰਕੜੇ ਵੱਲ ਧਿਆਨ ਦਿਓ, ਲਗਭਗ 2 ਲੱਖ। ਹਾਂਜੀ, ਇਹ ਉਹ ਫੌਜ ਸੀ ਜੋ ਅਹਿਮਦ ਸ਼ਾਹ ਅਬਦਾਲੀ ਨੇ ਤਿਆਰ ਕੀਤੀ ਸੀ ਅਤੇ ਇਸ ਫੌਜ ਦਾ ਸਿਰਫ ਤੇ ਸਿਰਫ ਇੱਕੋ ਹੀ ਭਿਆਨਕ ਮਕਸਦ ਸੀ ਕਿ ਸਿੱਖਾਂ ਦਾ ਨਾਮੋ-ਨਿਸ਼ਾਨ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਹੈ। ਸਾਫ਼ ਲਫ਼ਜ਼ਾਂ ਵਿੱਚ ਕਹੀਏ ਤਾਂ ਇਹ ਕੋਈ ਆਮ ਜੰਗ ਨਹੀਂ ਸੀ, ਇਹ ਇੱਕ ਪੂਰੀ ਕੌਮ ਦੀ ਨਸਲਕੁਸ਼ੀ ਕਰਨ ਦਾ ਪੱਕਾ ਇਰਾਦਾ ਸੀ। ਅਤੇ ਇਸੇ ਖੂਨੀ ਇਰਾਦੇ ਨੇ ਜਨਮ ਦਿੱਤਾ ਵੱਡੇ ਘੱਲੂਘਾਰੇ ਨੂੰ। ਇਤਿਹਾਸ ਦਾ ਉਹ ਬਹੁਤ ਹੀ ਦਰਦਨਾਕ ਪਲ ਜਦੋਂ ਅਬਦਾਲੀ ਦੀਆਂ ਫੌਜਾਂ ਨੇ ਮਾਲਵਾ ਦੀ ਧਰਤੀ ਤੇ ਸਿੱਖਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਇੱਥੇ ਬਜ਼ੁਰਗਾਂ, ਔਰਤਾਂ ਤੇ ਮਾਸੂਮ ਬੱਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਮੈਦਾਨ ਦੇ ਮੈਦਾਨ ਖੂਨ ਦੀਆਂ ਨਦੀਆਂ ਵਿੱਚ ਬਦਲ ਗਏ। ਉਸ ਵਕਤ ਅਬਦਾਲੀ ਨੂੰ ਪੂਰਾ ਹੰਕਾਰ ਸੀ ਕਿ ਬਸ ਉਸਨੇ ਸਿੱਖ ਕੌਮ ਨੂੰ ਅੱਜ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਪਰ ਕਮਾਲ ਦੀ ਗੱਲ ਦੇਖੋ, ਇੰਨੀ ਵੱਡੀ ਤਬਾਹੀ ਮਚਣ ਤੋਂ ਬਾਅਦ ਵੀ, ਅੱਧੀ ਕੌਮ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਬਚੇ ਹੋਏ ਖਾਲਸੇ ਨੇ ਨਿਰਾਸ਼ਾ ਵਿੱਚ ਡੁੱਬਣ ਦੀ ਬਜਾਏ ਕੀ ਕੀਤਾ? ਉਹਨਾਂ ਨੇ ਗੁਰੂ ਸਾਹਿਬ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ। ਉਹਨਾਂ ਨੇ ਅਰਜ਼ੋਈ ਕੀਤੀ ਕਿ ਹੇ ਸੱਚੇ ਪਾਤਸ਼ਾਹ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਅਤੇ ਫਤਿਹ ਪ੍ਰਾਪਤ ਕਰਨ ਦਾ ਬਲ ਬਖਸ਼ੋ। ਇਹ ਮਾਨਸਿਕਤਾ, ਇਹ ਇਰਾਦਾ ਸੱਚਮੁੱਚ ਇਨਸਾਨੀ ਕਲਪਨਾ ਤੋਂ ਕਿਤੇ ਪਰੇ ਹੈ। ਇੱਥੇ ਇੱਕ ਬਹੁਤ ਹੀ ਅਹਿਮ ਫਰਕ ਸਮਝਣਾ ਪੈਣਾ ਹੈ। ਇੱਕ ਪਾਸੇ ਸੀ ਸਰੀਰਕ ਯੁੱਧ ਜੋ ਅਬਦਾਲੀ ਲੜ ਰਿਹਾ ਸੀ, ਯਾਨੀ ਜਾਨਾਂ ਲੈਣਾ ਅਤੇ ਸ਼ਰੀਰਾਂ ਨੂੰ ਖਤਮ ਕਰਨਾ। ਪਰ ਛੇਤੀ ਹੀ ਅਬਦਾਲੀ ਨੂੰ ਇੱਕ ਗੱਲ ਦੀ ਸਮਝ ਆ ਗਈ ਕਿ ਸਿਰਫ ਸਰੀਰ ਖਤਮ ਕਰਨਾ ਕਾਫੀ ਨਹੀਂ ਹੈ। ਉਸ ਨੂੰ ਅਹਿਸਾਸ ਹੋਇਆ ਕਿ ਸਿੱਖਾਂ ਨੂੰ ਸੱਚਮੁੱਚ ਹਰਾਉਣ ਲਈ ਉਹਨਾਂ ਦੀ ਅਧਿਆਤਮਿਕ ਤਾਕਤ ਅਤੇ ਜੀਵਨ ਦੇ ਸਰੋਤ ਨੂੰ ਤਬਾਹ ਕਰਨਾ ਪਵੇਗਾ। ਮਤਲਬ ਕਿ ਉਸ ਨੂੰ ਰੂਹਾਨੀ ਯੁੱਧ ਜਿੱਤਣਾ ਪਵੇਗਾ। ਅਤੇ ਉਹ ਰੂਹਾਨੀ ਸਰੋਤ ਕਿਹੜਾ ਸੀ? ਉਹ ਸੀ ਅੰਮ੍ਰਿਤਸਰ ਵਿੱਚ ਸਥਿਤ ਸ਼੍ਰੀ ਹਰਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ। ਅਬਦਾਲੀ ਦੇ ਜਰਨੈਲਾਂ ਨੇ ਉਸ ਨੂੰ ਦੱਸਿਆ ਕਿ ਇਸ ਪਵਿੱਤਰ ਅਸਥਾਨ ਦੀ ਮਿੱਟੀ ਅਤੇ ਪਾਣੀ ਵਿੱਚ ਕੋਈ ਅਜਿਹੀ ਤਾਕਤ ਹੈ ਜੋ ਡਿੱਗਿਆਂ ਹੋਇਆਂ ਵਿੱਚ ਵੀ ਦੁਬਾਰਾ ਜਾਨ ਪਾ ਦਿੰਦੀ ਹੈ। ਇਸ ਲਈ ਅਬਦਾਲੀ ਨੇ ਬਿਨਾਂ ਦੇਰੀ ਕੀਤੇ ਆਪਣਾ ਅਗਲਾ ਨਿਸ਼ਾਨਾ ਸਿੱਧਾ ਇਸੇ ਅਧਿਆਤਮਿਕ ਕੇਂਦਰ ਨੂੰ ਬਣਾ ਲਿਆ। ਇਹ ਬੇਅਦਬੀ ਅਤੇ ਤਬਾਹੀ ਦਾ ਉਹ ਭਿਆਨਕ ਦੌਰ ਸੀ ਜਿਸ ਨੂੰ ਬਿਆਨ ਕਰਨਾ ਵੀ ਔਖਾ ਹੈ। ਬਾਬਾ ਆਲਾ ਸਿੰਘ ਵਰਗੇ ਵੱਡੇ ਆਗੂਆਂ ਨੂੰ ਨਜ਼ਰਾਨਾ ਦੇਣ ਲਈ ਮਜਬੂਰ ਕੀਤਾ ਗਿਆ। ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਅੱਗ ਲਾ ਦਿੱਤੀ ਗਈ। ਸ਼੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ ਅਤੇ ਸਰੋਵਰ ਨੂੰ ਮਲਬੇ ਨਾਲ ਭਰ ਦਿੱਤਾ ਗਿਆ। ਇੱਥੋਂ ਤੱਕ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਲਾਹੌਰ ਦੀਆਂ ਗਲੀਆਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੀਨਾਰ ਉਸਾਰੇ ਗਏ। ਪੂਰੇ ਲਾਹੌਰ ਵਿੱਚ ਇੱਕ ਡੂੰਘੀ ਖਾਮੋਸ਼ੀ ਛਾ ਗਈ ਜਿਸ ਨੂੰ ਅਬਦਾਲੀ ਆਪਣੀ ਸਭ ਤੋਂ ਵੱਡੀ ਜਿੱਤ ਸਮਝ ਬੈਠਾ ਸੀ। ਪਰ ਹੁਣ ਇੱਥੇ ਇੱਕ ਪਲ ਲਈ ਰੁਕੋ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਇੰਨੀ ਵੱਡੀ ਬੇਅਦਬੀ ਨੇ ਖਾਲਸੇ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ ਹੋਵੇਗਾ, ਜਾਂ ਫਿਰ ਇਸ ਨੇ ਇੱਕ ਅਜਿਹੀ ਅੱਗ ਨੂੰ ਭੜਕਾ ਦਿੱਤਾ ਜਿਸ ਨੂੰ ਰੋਕਣਾ ਕਿਸੇ ਦੇ ਵੀ ਵੱਸ ਵਿੱਚ ਨਹੀਂ ਸੀ? ਅਸਲ ਵਿੱਚ ਇਸ ਤਬਾਹੀ ਨੇ ਖਾਲਸੇ ਨੂੰ ਝੁਕਣ ਲਈ ਮਜਬੂਰ ਨਹੀਂ ਕੀਤਾ, ਬਲਕਿ ਇੱਕ ਬਹੁਤ ਹੀ ਸੰਗਠਿਤ ਅਤੇ ਭਿਆਨਕ ਰੂਹ ਨੂੰ ਜਨਮ ਦੇ ਦਿੱਤਾ। ਆਪਾਂ ਦੇਖਦੇ ਹਾਂ ਕਿ ਸਿੱਖ ਮਿਸਲਾਂ ਨੇ ਫੀਨਿਕਸ ਪੰਛੀ ਵਾਂਗ ਆਪਣੀ ਹੀ ਰਾਖ ਵਿੱਚੋਂ ਮੁੜ ਉੱਠਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਇਸ ਬੇਅਦਬੀ ਦਾ ਬਦਲਾ ਲੈਣ ਦੀ ਪੱਕੀ ਸਹੁੰ ਖਾਧੀ। ਫਿਰ ਧੋਖੇਬਾਜ਼ ਜ਼ੈਨ ਖਾਨ ਨੂੰ ਹਰਾ ਕੇ ਸਰਹਿੰਦ ਨੂੰ ਫਤਿਹ ਕੀਤਾ ਗਿਆ ਅਤੇ ਅੰਤ ਵਿੱਚ ਪੂਰੀ ਤਾਕਤ ਅਤੇ ਇੱਕ ਅਟੁੱਟ ਅੱਗ ਦੇ ਨਾਲ ਉਹਨਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਜੋ ਉਹਨਾਂ ਦਾ ਡੂੰਘਾ ਦੁੱਖ ਸੀ ਨਾ, ਉਹ ਹੁਣ ਇੱਕ ਪੂਰੇ ਵਿਨਾਸ਼ਕਾਰੀ ਬਦਲੇ ਵਿੱਚ ਬਦਲ ਚੁੱਕਾ ਸੀ। ਪਰ ਜਦੋਂ ਸਿੱਖਾਂ ਨੇ ਵਾਪਸ ਕਬਜ਼ਾ ਕੀਤਾ ਤਾਂ ਉਹਨਾਂ ਨੇ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਫੜੇ ਗਏ ਦੁਰਾਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਬਜਾਏ ਉਹਨਾਂ ਤੋਂ ਪਵਿੱਤਰ ਸਰੋਵਰ ਦੀ ਸਫਾਈ ਕਰਵਾਈ ਗਈ ਅਤੇ ਫਿਰ
ਫਿਰ ਬੇਮਿਸਾਲ ਇਨਸਾਨੀਅਤ ਦਿਖਾਉਂਦੇ ਹੋਏ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਜ਼ਰਾ ਸੋਚੋ, ਨਸਲਕੁਸ਼ੀ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਸਿੱਖਾਂ ਨੇ ਆਪਣੇ ਮੂਲ ਸਿਧਾਂਤਾਂ ਅਤੇ ਇਨਸਾਨੀਅਤ ਨੂੰ ਬਿਲਕੁਲ ਨਹੀਂ ਛੱਡਿਆ। ਉਧਰ ਅਬਦਾਲੀ ਹੁਣ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਉਸਨੇ ਸੁੱਤੇ ਹੋਏ ਸ਼ੇਰਾਂ ਨੂੰ ਛੇੜ ਲਿਆ ਹੈ। ਗੁਰਦਾਸਪੁਰ ਵਿਖੇ ਆਖਰੀ ਟਾਕਰੇ ਲਈ ਉਸਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਉਸਨੇ ਅਫਗਾਨ ਅਤੇ ਕਸ਼ਮੀਰੀ ਫੌਜਾਂ ਦਾ ਇੱਕ ਵਿਸ਼ਾਲ ਗੱਠਜੋੜ ਬਣਾਇਆ ਤਾਂ ਜੋ ਖਾਲਸੇ ਨੂੰ ਪੱਕੇ ਤੌਰ ਤੇ ਕੁਚਲਿਆ ਜਾ ਸਕੇ। ਉਹ ਤਾਂ ਮੈਦਾਨ ਵਿੱਚ ਇੱਕ ਰਿਵਾਇਤੀ ਜੰਗ ਦੀ ਉਮੀਦ ਕਰ ਰਿਹਾ ਸੀ, ਪਰ ਸਾਹਮਣੇ ਕੁਝ ਹੋਰ ਹੀ ਉਸ ਦੀ ਉਡੀਕ ਕਰ ਰਿਹਾ ਸੀ। ਅਤੇ ਉਹ ਕੀ ਸੀ ਜੋ ਉਸ ਦੀ ਉਡੀਕ ਕਰ ਰਿਹਾ ਸੀ? ਖਾਲਸੇ ਦੀਆਂ ਖਤਰਨਾਕ ਗੁਰੀਲਾ ਰਣਨੀਤੀਆਂ। ਜੰਗ ਦਾ ਤਰੀਕਾ ਹੀ ਬਦਲ ਚੁੱਕਾ ਸੀ। ਸਿੱਖ ਯੋਧੇ ਸੰਘਣੇ ਜੰਗਲਾਂ ਵਿੱਚੋਂ ਅਚਾਨਕ ਕਿਸੇ ਤੂਫਾਨ ਵਾਂਗ ਨਿਕਲਦੇ, ਫਿਰ ਬਿਜਲੀ ਦੀ ਤੇਜ਼ੀ ਨਾਲ ਉਸ ਵਿਸ਼ਾਲ ਫੌਜ ਤੇ ਹਮਲਾ ਕਰਦੇ ਅਤੇ ਇਸ ਤੋਂ ਪਹਿਲਾਂ ਕਿ ਦੁਸ਼ਮਣ ਕੁਝ ਸਮਝ ਪਾਉਂਦਾ, ਉਹ ਪਲਕ ਛਪਕਦਿਆਂ ਹੀ ਵਾਪਸ ਗਾਇਬ ਹੋ ਜਾਂਦੇ। ਇਸ ਚੁੱਪਚਾਪ ਪਰ ਬੇहद ਤੇਜ਼ ਰਣਨੀਤੀ ਨੇ ਅਬਦਾਲੀ ਦੀ ਵੱਡੀ ਤੋਂ ਵੱਡੀ ਹਥਿਆਰਬੰਦ ਫੌਜ ਦੇ ਹੌਸਲੇ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤੇ। ਆਖਿਰਕਾਰ ਹਮਲਾਵਰ ਫੌਜਾਂ ਨੂੰ ਵੀ ਇਹ ਡੂੰਗੀ ਗੱਲ ਸਮਝ ਆ ਹੀ ਗਈ। ਉਹਨਾਂ ਨੇ ਮੰਨਿਆ ਕਿ ਇਹ ਉਹ ਕੌਮ ਹੈ ਜਿਹੜੀ ਤਲਵਾਰ ਤੋਂ ਨਹੀਂ ਸਗੋਂ ਗੁਰੂ ਦੀ ਬਾਣੀ ਤੋਂ ਤਾਕਤ ਲੈਂਦੀ ਹੈ। ਸਭ ਨੂੰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਸੀ ਕਿ ਜਿਸ ਭਾਈਚਾਰੇ ਦੀ ਹਿੰਮਤ ਕਿਸੇ ਦੁਨਿਆਵੀ ਤਾਕਤ ਨਾਲ ਨਹੀਂ ਬਲਕਿ ਸਿੱਧਾ ਇਲਾਹੀ ਵਿਸ਼ਵਾਸ ਨਾਲ ਜੁੜੀ ਹੋਵੇ, ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਕਦੇ ਵੀ ਹਰਾ ਨਹੀਂ ਸਕਦੀ। ਤਾਂ ਫਿਰ ਇਸ ਲਗਾਤਾਰ ਟਾਕਰੇ ਦਾ ਨਤੀਜਾ ਕੀ ਨਿਕਲਿਆ? ਨਤੀਜਾ ਬਿਲਕੁਲ ਸਾਫ਼ ਸੀ। ਲਗਾਤਾਰ ਅਤੇ ਅਚਾਨਕ ਹੋ ਰਹੇ ਹਮਲਿਆਂ ਨੇ ਅਬਦਾਲੀ ਦੀ ਰੂਹ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਉਸ ਨੂੰ ਬਹੁਤ ਹੀ ਬੇਇੱਜ਼ਤੀ ਨਾਲ ਅਫਗਾਨਿਸਤਾਨ ਵੱਲ ਵਾਪਸੀ ਕਰਨੀ ਪਈ ਅਤੇ ਖਾਲਸੇ ਨੇ ਵੀ ਲਾਹੌਰ ਤੱਕ ਉਸ ਦਾ ਪਿੱਛਾ ਨਹੀਂ ਛੱਡਿਆ। ਅਬਦਾਲੀ ਦੇ ਹੰਕਾਰ ਦੀ ਬੁਰੀ ਤਰ੍ਹਾਂ ਹਾਰ ਹੋਈ ਅਤੇ ਉਸ ਦਾ ਆਤੰਕ ਪੰਜਾਬ ਵਿੱਚੋਂ ਹਮੇਸ਼ਾ ਲਈ ਖਤਮ ਹੋ ਗਿਆ। ਅਤੇ ਬਸ ਇਸੇ ਸ਼ਾਨਦਾਰ ਬਚਾਅ ਅਤੇ ਲੰਬੇ ਸੰਘਰਸ਼ ਨੇ ਇੱਕ ਨਵੇਂ ਯੁੱਗ ਦੀ ਨੀਂਹ ਰੱਖੀ। ਇਹ ਸ਼ੁਰੂਆਤ ਸੀ ਖਾਲਸਾ ਰਾਜ ਦੀ। ਇਹ ਸਿਰਫ ਆਪਣੇ ਆਪ ਨੂੰ ਬਚਾਉਣ ਦੀ ਕਹਾਣੀ ਨਹੀਂ ਸੀ, ਸਗੋਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਭੂਸੱਤਾ ਸੰਪੰਨ, ਬਹੁਤ ਹੀ ਸ਼ਕਤੀਸ਼ਾਲੀ ਅਤੇ ਸ਼ਾਨਦਾਰ ਰਾਜ ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਆਇਆ। ਪੰਜਾਬ ਦੀ ਧਰਤੀ ਨੇ ਆਪਣੇ ਆਪ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਇਤਿਹਾਸ ਸਿਰਜ ਦਿੱਤਾ ਸੀ। ਆਪਣੀ ਇਸ ਪੇਸ਼ਕਾਰੀ ਦੇ ਅੰਤ ਵਿੱਚ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਛੱਡ ਕੇ ਜਾਂਦੇ ਹਾਂ। ਜ਼ਰਾ ਸੋਚ ਕੇ ਦੇਖਿਓ, ਜੇਕਰ ਕੋਈ ਕੌਮ ਵੱਡੇ ਕੱਲੂਘਾਰੇ ਵਰਗੀ ਰਾਖ ਅਤੇ ਸੰਪੂਰਨ ਤਬਾਹੀ ਦੇ ਮੰਜ਼ਰ ਵਿੱਚੋਂ ਉੱਠ ਕੇ ਇੰਨਾ ਵੱਡਾ ਤੇ ਵਿਸ਼ਾਲ ਸਾਮਰਾਜ ਖੜਾ ਕਰ ਸਕਦੀ ਹੈ, ਤਾਂ ਫਿਰ ਇੱਕ ਮਨੁੱਖੀ ਭਾਵਨਾ ਦੀ ਅਸਲ ਸੀਮਾ ਆਖਰ ਹੈ ਕੀ? ਸੱਚਮੁੱਚ ਇਤਿਹਾਸ ਦਾ ਇਹ ਪੰਨਾ ਸਾਨੂੰ ਇਹੀ ਸਿਖਾਉਂਦਾ ਹੈ ਕਿ ਅਡੋਲ ਵਿਸ਼ਵਾਸ ਅਤੇ ਸੱਚੀ ਹਿੰਮਤ ਦੇ ਅੱਗੇ ਦੁਨੀਆ ਦੀ ਕੋਈ ਵੀ ਤਾਕਤ ਟਿਕ ਨਹੀਂ ਸਕਦੀ। ਮੈਨੂੰ ਉਮੀਦ ਹੈ ਕਿ ਸਾਡੇ ਇਤਿਹਾਸ ਨੂੰ ਸਮਝਣ ਦੀ ਇਹ ਕੋਸ਼ਿਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ।